ਇੰਗਲੈਂਡ ਦੇ ਵਿੱਚ ਕੋਲਿਨ ਬਲੂਮ ਨਾਂ ਦੇ ਇੱਕ ਸ਼ਖਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਰਿਪੋਰਟ ਛਾਪੀ ਗਈ। ਇਹ ਰਿਪੋਰਟ ਜਿਹੜੀ ਸੀ ਉਹਨੂੰ ਲੈ ਕੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ, ਜਿੱਥੇ ਉਸ ਕੋਲਿਨ ਬਲੂਮ ਨੇ ਉਸ ਰਿਪੋਰਟ ਦੇ ਵਿੱਚ ਬਾਕੀ ਧਰਮਾਂ ਬਾਰੇ ਲਿਖਿਆ, ਉੱਥੇ ਸਿੱਖ ਧਰਮ ਬਾਰੇ ਵੀ ਲਿਖਿਆ। ਖਾਸ ਗੱਲ ਇਹ ਸੀ ਕਿ ਸਿੱਖ ਧਰਮ ਦੇ ਉੱਤੇ ਉਹਨੇ ਬਹੁਤ ਜ਼ੋਰ ਦਿੱਤਾ, ਜੋ ਸਿੱਖ ਓਵਰਸੀਜ਼ ਵਸਦੇ ਨੇ, ਖਾਸ ਤੌਰ ਤੇ ਇੰਗਲੈਂਡ ਦੇ ਵਿੱਚ। ਪਰ ਉਹਦਾ ਜਿਹੜਾ ਸਾਰਾ ਜਿਹੜਾ ਆਪਾਂ ਕਹਿ ਲਈਏ ਕੇਂਦਰ ਸੀ, ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਸੀ, ਕਿਉਂਕਿ ਉਹਦੇ 2-3 ਪੇਜ ਜਿਹੜੇ ਨੇ ਉਹ ਸਿੱਖਾਂ ਨੂੰ ਹੀ ਜਿਹੜੇ ਦੋਸ਼ੀ ਬਣਾਉਂਦੇ ਹੋਏ ਨਜ਼ਰ ਆਏ। ਸਿੱਖਾਂ ਨੂੰ ਕਿਵੇਂ ਜਿਹੜਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖ ਰੈਡੀਕਲ ਨੇ, ਗੁਰਦੁਆਰਿਆਂ ਦੇ ਵਿੱਚ ਆਹ ਗਲਤ ਕੰਮ ਹੁੰਦੇ ਨੇ, ਬੱਚਿਆਂ ਨੂੰ ਆਹ ਸਿੱਖਿਆਵਾਂ ਦਿੱਤੀਆਂ ਜਾਂਦੀਆਂ, ਜਾਂ ਫਿਰ ਵਿਦੇਸ਼ਾਂ ਦੇ ਵਿੱਚ ਸਿੱਖ ਆਹ ਕਰ ਰਹੇ ਨੇ ਜੋ ਇੰਗਲੈਂਡ ਦੇ ਵਿੱਚ ਵਸਦੇ ਨੇ। ਘੱਟੋ ਘੱਟ 13 ਪੇਜਾਂ ਦਾ ਉਹਨਾਂ ਨੇ ਰਿਪੋਰਟ ਬਣਾਤੀ। ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਕਿ ਜਿਹੜੇ ਆਪਣੇ ਧਾਰਮਿਕ ਸਥਾਨ ਇੱਥੇ ਵੀ ਬੱਚਿਆਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ, ਰੈਡੀਕਲਾਈਜ਼ ਕੀਤਾ ਜਾਂਦਾ, ਤੇ ਉਹਨਾਂ ਨੇ ਇਹ ਇੱਥੇ ਤੱਕ ਕਹਿਤਾ ਕਿ ਜੀ ਇਹਨਾਂ ਦੇ ਤਾਂ ਆਪ ਦੇ ਲੀਡਰਸ਼ਿਪ ਬੈਟਲ ਚੱਲਦੀ ਹੈ। ਇਹਦੀ ਫੰਡਿੰਗ ਜਿਹੜੀ ਆ ਹੁਣ ਇਹਦਾ ਵੀ ਥੋੜਾ ਜਿਹਾ ਰੌਲਾ ਪੈ ਰਿਹਾ ਸੀਗਾ ਕਿ ਕਿਤੇ ਗਵਰਨਮੈਂਟ ਨੇ ਤਾਂ ਨਹੀਂ ਫੰਡ ਕੀਤੀ ਰਿਪੋਰਟ, ਇਹ ਬਣੀ ਕਿੱਦਾਂ ਵਾ। ਸੋ ਉਹਦਾ ਸਿੱਧਾ ਜਵਾਬ ਨਹੀਂ ਆ ਰਿਹਾ, ਜਿੱਥੇ ਤੱਕ ਸਾਨੂੰ ਉਦੋਂ ਪੋਲੀਟੀਸ਼ੀਅਨਾਂ ਨੇ ਦੱਸਿਆ ਹੈ। ਪਰ ਉਹ ਚੀਜ਼ ਜਿਹੜੀ ਆ ਅਸੀਂ ਪ੍ਰੈਜ਼ੈਂਟ ਕਰਨੀ ਆ ਦੁਨੀਆ ਨੂੰ, ਉਹਦੇ ਵਿੱਚ ਉਹ ਚੀਜ਼ਾਂ ਦਾ ਕਹਿੰਦੇ ਹੁੰਦੇ ਆ ਝੱਗਾ ਚੱਕੋ ਢਿੱਡ ਨੰਗਾ ਹੁੰਦਾ। ਇਹ ਸੈਂਸ ਨਹੀਂ ਬਣਦੀ ਕਿ ਉਹ ਗੱਲਾਂ ਜਿਹੜੀਆਂ ਸਾਡੀਆਂ ਪ੍ਰਾਈਵੇਟ ਕੌਮੀ ਗੱਲਾਂ ਜਿਹੜੇ ਸਾਡੇ ਕਲੋਜ਼ ਸਰਕਲ 'ਚ ਹੋਣੀਆਂ ਚਾਹੀਦੀਆਂ, ਉਹ ਬਾਹਰ ਕਿੱਦਾਂ ਜਾ ਰਹੀਆਂ। ਮਤਲਬ ਇਹ ਆ ਸਾਨੂੰ ਜਿਹੜਾ ਕੈਰੈਕਟਰ ਖਰਾਬ ਕਰਨ ਲਈ ਉਹ ਸਾਡੇ ਵਿੱਚੋਂ ਹੀ ਬੰਦੇ ਉੱਠ ਕੇ ਆਪ ਹੀ ਖਰਾਬ ਕਰਦੇ ਆ। ਪਰ ਜੇ ਆਪਾਂ ਇੱਥੇ ਸੋਚਦੇ ਹੁੰਦੇ ਸੀਗੇ ਸਾਡੇ ਕੋਲ ਫਰੀडम ਆ ਹਨਾ, ਵੀ ਅਸੀਂ ਗੱਲ ਆਪਦੀ ਰੱਖ ਸਕਦੇ ਹਾਂ, ਜੇ ਅਸੀਂ ਹੁਣ ਇੱਥੇ ਵੀ ਗੱਲ ਰੱਖ ਰਹੇ ਹਾਂ, ਸਾਨੂੰ ਦੇਖੋ ਆਹ ਬਲੂਮ ਰਿਵਿਊ ਆ ਗਏ ਇਹ ਜੇ ਬੰਦੇ ਇਹ ਦੱਸ ਰਹੇ ਆ ਕਿ ਦੇਖੋ ਜੀ ਰੌਲਾ ਪਾਉਂਦੇ ਹਨਾ, ਇਹ ਅਸੀਂ ਗੱਲ ਵੀ ਨਹੀਂ ਰੱਖ ਸਕਦੇ। ਉਹ ਜਿਹੜੀ ਗੱਲ ਆ ਦੇਖੋ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਜੈਨੋਸਾਈਡ, ਉਹ ਵੀ ਲਫ਼ਜ਼ ਨੂੰ ਕਹਿੰਦੇ ਉਹ ਜਸਟ ਬੀ ਕੇਅਰਫੁਲ ਵਿਦ ਦੈਟ ਵਰਡ। ਇੰਗਲੈਂਡ ਦੇ ਵਿੱਚ ਕੋਲਿਨ ਬਲੂਮ ਨਾਂ ਦੇ ਇੱਕ ਸ਼ਖਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਰਿਪੋਰਟ ਛਾਪੀ ਗਈ। ਇਹ ਰਿਪੋਰਟ ਜਿਹੜੀ ਸੀ ਉਹਨੂੰ ਲੈ ਕੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ, ਜਿੱਥੇ ਉਸ ਕੋਲਿਨ ਬਲੂਮ ਨੇ ਉਸ ਰਿਪੋਰਟ ਦੇ ਵਿੱਚ ਬਾਕੀ ਧਰਮਾਂ ਬਾਰੇ ਲਿਖਿਆ, ਉੱਥੇ ਸਿੱਖ ਧਰਮ ਬਾਰੇ ਵੀ ਲਿਖਿਆ। ਖਾਸ ਗੱਲ ਇਹ ਸੀ ਕਿ ਸਿੱਖ ਧਰਮ ਦੇ ਉੱਤੇ ਉਹਨੇ ਬਹੁਤ ਜ਼ੋਰ ਦਿੱਤਾ, ਜੋ ਸਿੱਖ ਓਵਰਸੀਜ਼ ਵਸਦੇ ਨੇ, ਖਾਸ ਤੌਰ ਤੇ ਇੰਗਲੈਂਡ ਦੇ ਵਿੱਚ। ਪਰ ਉਹਦਾ ਜਿਹੜਾ ਸਾਰਾ ਜਿਹੜਾ ਆਪਾਂ ਕਹਿ ਲਈਏ ਕੇਂਦਰ ਸੀ, ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਸੀ ਉਸ ਰਿਪੋਰਟ ਦਾ, ਕਿਉਂਕਿ ਉਹਦੇ 2-3 ਪੇਜ ਜਿਹੜੇ ਨੇ ਉਹ ਸਿੱਖਾਂ ਨੂੰ ਹੀ ਜਿਹੜੇ ਦੋਸ਼ੀ ਬਣਾਉਂਦੇ ਹੋਏ ਨਜ਼ਰ ਆਏ। ਸਿੱਖਾਂ ਨੂੰ ਕਿਵੇਂ ਜਿਹੜਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖ ਰੈਡੀਕਲ ਨੇ, ਗੁਰਦੁਆਰਿਆਂ ਦੇ ਵਿੱਚ ਆਹ ਗਲਤ ਕੰਮ ਹੁੰਦੇ ਨੇ, ਬੱਚਿਆਂ ਨੂੰ ਆਹ ਸਿੱਖਿਆਵਾਂ ਦਿੱਤੀਆਂ ਜਾਂਦੀਆਂ, ਜਾਂ ਫਿਰ ਵਿਦੇਸ਼ਾਂ ਦੇ ਵਿੱਚ ਸਿੱਖ ਆਹ ਕਰ ਰਹੇ ਨੇ ਜੋ ਇੰਗਲੈਂਡ ਦੇ ਵਿੱਚ ਵਸਦੇ ਨੇ। ਮਤਲਬ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਸਿੱਖਾਂ ਦੀ ਛਵੀ ਜਿਹੜੀ ਹੈ ਅੰਤਰਰਾਜੀ ਪੱਧਰ ਦੇ ਉੱਤੇ ਬਦਨਾਮ ਕਰਨ ਦੇ ਲਈ ਕੋਲਿਨ ਬਲੂਮ ਨੇ ਬਲੂਮ ਨਾਂ ਦੀ ਰਿਪੋਰਟ ਜਿਹੜੀ ਛਾਪ ਦਿੱਤੀ, ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਇੱਕਦਮ ਹੜਕੰਬ ਮਚਿਆ, ਖਲਬਲੀ ਮਚ ਗਈ ਕਿ ਆਖਰ ਇਹ ਬੰਦਾ ਕੌਣ ਹੈ, ਕਿਸ ਤਰ੍ਹਾਂ ਲਿਖਿਆ ਗਿਆ, ਕਿਹੜੇ ਫੈਕਟਸ ਦੇ ਆਧਾਰ ਦੇ ਉੱਤੇ ਇਸਨੇ ਰਿਪੋਰਟ ਛਾਪੀ ਹੈ ਜੋ ਕਿ ਸਿੱਖਾਂ ਨੂੰ ਬਦਨਾਮ ਕਰਦੀ ਹੈ। ਮਤਲਬ ਬਹੁਤ ਸਾਰਾ ਕੁਝ ਲਿਖਿਆ ਗਿਆ ਸੀਗਾ। ਹੁਣ ਇਹਦੇ ਉੱਤੇ ਕਾਰਵਾਈ ਪਾਉਣੀ ਸ਼ੁਰੂ ਕੀਤੀ ਹੈ ਸਿੱਖਾਂ ਨੇ, ਸਿੱਖ ਵਕੀਲਾਂ ਦਾ ਵਫਦ ਅੱਗੇ ਆਇਆ। ਸੋ ਆਪਾਂ ਇਹਦੇ ਉੱਤੇ ਗੱਲ ਕਰਾਂਗੇ ਭਾਈ ਕੁਲਦੀਪ ਸਿੰਘ ਦਿਓਲ ਹੋਰਾਂ ਨਾਲ। ਭਾਜੀ ਕੀ ਅਪਡੇਟ ਹੈਗੀ ਹੈ ਇਸ ਕੋਲਿਨ ਬਲੂਮ ਦੀ ਜਿਹੜੀ ਰਿਪੋਰਟ ਸੀ, ਇਹਨੇ ਬਹੁਤ ਜ਼ਿਆਦਾ ਆਪਾਂ ਕਹਿ ਲਈਏ ਵੀ ਇੱਕ ਹਿਲਜੁਲ ਪੈਦਾ ਕੀਤੀ ਸਿੱਖਾਂ ਦੇ ਵਿੱਚ। ਹਾਂਜੀ, ਸੋ ਕੁਛ ਕੁ ਮਹੀਨੇ ਪਹਿਲਾਂ ਭਾਈ ਸਾਹਿਬ ਕੋਲਿਨ ਬਲੂਮ ਨੇ ਬਲੂਮ ਰਿਵਿਊ ਨਾਂ ਦੀ ਰਿਪੋਰਟ ਛਾਪੀ ਸੀਗੀ, ਤੇ ਇਹ ਹੈਗੇ ਜਾਣੀ ਗੌਰਮੈਂਟ ਸਰਕਲ ਵਿੱਚ ਜਾਣੀ ਬੰਦੇ ਘੁੰਮਦੇ ਨੇ ਜਾਂ ਕੰਮ ਕਰਦੇ ਰਹੇ ਨੇ, ਤੇ ਚਰਚ ਦੇ ਨਾਲ ਵੀ ਇਹਨਾਂ ਦਾ ਸ਼ਾਇਦ ਕੋਈ ਸੰਬੰਧ ਹੈ। ਸੋ ਐਕਚੁਅਲੀ ਇਹ ਇੰਡੀਪੈਂਡੈਂਟ ਨਹੀਂ ਉਸ ਤੌਰ ਤੇ। ਸੋ ਗਵਰਨਮੈਂਟ ਨਾਲ ਵੀ ਲਿੰਕਸ ਨੇ, ਚਰਚ ਨਾਲ ਵੀ ਲਿੰਕਸ ਨੇ। ਪਰ ਜੇ ਹੋਰ ਕੌਮਾਂ ਦਾ ਆਪਾਂ ਦੇਖੀਏ, ਉਹਨਾਂ ਨੇ 1-2 ਪੈਰਿਆਂ 'ਚ ਕਰਤਾ ਸਾਰਾ ਕੁਛ। ਪਰ ਜੇ ਆਪਣਾ ਸਿੱਖਾਂ ਦਾ ਦੇਖੀਏ, ਉਹਨਾਂ 14-15 ਪੇਜ, ਸ਼ਾਇਦ ਘੱਟੋ ਘੱਟ 13 ਪੇਜਾਂ ਦਾ ਉਹਨਾਂ ਨੇ ਰਿਪੋਰਟ ਬਣਾਤੀ। ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਕਿ ਜਿਹੜੇ ਆਪਣੇ ਧਾਰਮਿਕ ਸਥਾਨ ਇੱਥੇ ਵੀ ਬੱਚਿਆਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ, ਰੈਡੀਕਲਾਈਜ਼ ਕੀਤਾ ਜਾਂਦਾ, ਤੇ ਉਹਨਾਂ ਨੇ ਇਹ ਇੱਥੇ ਤੱਕ ਕਹਿਤਾ ਕਿ ਜੀ ਇਹਨਾਂ ਦੇ ਤਾਂ ਆਪ ਦੇ ਲੀਡਰਸ਼ਿਪ ਬੈਟਲ ਚੱਲਦੀ ਆ, ਬਈ ਗੌਰਮੈਂਟ ਨਾਲ ਕਿਹਨੇ ਇੰਗੇਜ ਕਰਨਾ। ਤੇ ਮੈਂ ਤੁਹਾਨੂੰ
ਦੱਸਣਾ ਚਾਹੁੰਦਾ ਕਿ ਇਸ ਬੁੱਧਵਾਰ ਸੋ ਇਹ ਤਾਂ ਦੋ ਕੁ ਚੀਜ਼ਾਂ ਮੈਂ ਦੱਸੀਆਂ, ਮੈਂ ਤੁਹਾਨੂੰ ਹੋਰ ਵਿਸਥਾਰ 'ਚ ਦੱਸਾਂਗਾ। ਪਰ ਇੱਕ ਸੰਸਥਾ ਬਣੀ ਆ ਆਪਣੇ ਸਿੱਖ ਨੌਜਵਾਨਾਂ ਨੂੰ ਜਿਹੜੇ ਲੀਗਲ ਬੈਰਿਸਟਰ ਨੇ, ਲਾਇਰਸ ਨੇ, ਉਹਨਾਂ ਦੀ ਸੰਸਥਾ ਬਣਾਈ ਹੈ ਸਿੱਖਸ ਇਨ ਲਾਅ। ਸਿੱਖਸ ਇਨ ਲਾਅ, ਹਾਂਜੀ, ਮਤਲਬ ਜਿਹੜੇ ਸਿੱਖ ਲੋਅ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਸੰਸਥਾ ਬਣਾਈ। ਠੀਕ ਹੈ। ਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇਕੱਠੇ ਹੋ ਕੇ ਆਹ ਰਿਪੋਰਟ ਕਰਕੇ ਸਾਰੇ ਆਪਾਂ ਵਰੀਡ ਸੀਗੇ ਵੀ ਇਹ ਚੀਜ਼ਾਂ ਦਾ ਇੰਪੈਕਟ ਨਿਕਲ ਆਉਂਦਾ, ਕਿਉਂਕਿ ਬਾਅਦ ਚ ਨਾ ਕੋਟ ਕਰ ਦਿੰਦੇ ਆ, ਰਿਵਿਊ ਆਈ ਰਿਪੋਰਟ ਆਈ ਸੀ, ਉਹਦੇ ਆਧਾਰ ਤੇ ਅਸੀਂ ਆਹ ਲੋਅ ਬਣਾਤਾ, ਫੈਸਲੇ ਕਰ ਰਹੇ ਆ, ਫੈਸਲਾ ਲੈ ਲਿਆ। ਸੋ ਇਹਨਾਂ ਨੌਜਵਾਨਾਂ ਨੇ ਕੀ ਕੀਤਾ, ਇਕੱਠੇ ਹੋ ਕੇ ਉਹਨੂੰ ਰਿਪੋਰਟ ਨੂੰ ਜਿਹਦਾ ਸਿਲੈਕਟ ਕਮੇਟੀ ਬਣਾ ਕੇ ਹਾਊਸ ਆਫ ਲੋਰਡਸ ਦੇ ਵਿੱਚ ਫਿਰ ਉਹਨਾਂ ਨੇ ਲਿਆ ਕੇ ਆਪਦੀਆਂ ਫਾਈਂਡਿੰਗਸ ਰੱਖੀਆਂ, ਉਹਨਾਂ ਨੇ ਐਵੀਡੈਂਸ ਇਕੱਠਾ ਕੀਤਾ ਸਾਰਾ, ਜਦੋਂ ਮੂਹਰੇ ਰੱਖਿਆ। ਸੋ ਮੈਂ ਤੁਹਾਨੂੰ ਕੁਛ ਕੁ ਚੀਜ਼ਾਂ ਦੱਸਾਂ। ਸੋ ਉਹ ਕਹਿੰਦੇ ਕਿ ਜਿਹੜਾ ਇਹ ਬਲੂਮ ਰਿਵਿਊ ਆ ਇਹ ਇੰਪਾਰਸ਼ਲ ਨਹੀਂਗਾ ਤੇ ਇੰਡੀਪੈਂਡੈਂਟ ਨਹੀਂਗਾ, ਮਤਲਬ ਇਹ ਆਪ ਦੇ ਤੌਰ ਤੇ ਨਹੀਂ ਲਿਖਿਆ, ਇਹ ਜਾਨੀ ਹੋਰ ਪਾਸਿਓਂ ਵੀ ਪ੍ਰੈਸ਼ਰ ਹੋ ਸਕਦਾ, ਜਿਹੜੀਆਂ ਗੱਲਾਂ ਲਿਖੀਆਂ ਗਈਆਂ ਬਾਇਸਡ ਆ। ਹਾਂਜੀ, ਤੇ ਫੰਡਲੀ ਫਲੋਡ ਆ ਬਲੂਮ ਰਿਵਿਊ, ਫੰਡਲੀ ਫਲੋਡ ਆ ਬਿਕਾਜ਼ ਇਹਦੀ ਜਿਹੜੀ ਮੈਥਡੋਲੋਜੀ ਆ, ਜਿਹੜੀ ਆਊਟਕਮ ਆ, ਜਿਵੇਂ ਐਵੀਡੈਂਸ ਇਕੱਠਾ ਕੀਤਾ ਗਿਆ, ਜਾਨੀ ਸਿੱਖਾਂ ਬਾਰੇ ਰਿਪੋਰਟ ਲਿਖੀ ਜਾ ਰਹੀ ਹੈ, ਸਭ ਤੋਂ ਜ਼ਿਆਦਾ ਪੇਜ ਸਿੱਖਾਂ ਦੇ ਆ, ਤੇ ਜਿਹੜੀ ਪਰਸੈਂਟੇਜ ਸੀਗੀ ਬਹੁਤ ਛੋਟੀ ਪਰਸੈਂਟੇਜ ਸੀ ਐਕਚੁਅਲੀ ਜਿਹੜੇ ਸਿੱਖਾਂ ਨਾਲ ਗੱਲ ਕੀਤੀ ਗਈ ਆ। ਬਾਕੀ ਹੋਰ ਕੌਮਾਂ ਦੇ ਹਜ਼ਾਰਾਂ ਦੇ ਬੰਦਿਆਂ ਨਾਲ, ਸਾਡੇ ਸ਼ਾਇਦ ਬਹੁਤ ਥੋੜੇ ਜਿਹੜੇ ਉਹਨਾਂ ਨੂੰ ਫੱਬਦੇ ਹੋਣ। ਹਾਂਜੀ, ਜਾਂ ਹਾਂ ਇਹ ਵੀ ਗੱਲ ਜਿਹੜੇ ਵੀ ਉਹਨਾਂ ਨਾਲ ਗੱਲਬਾਤ ਪਹਿਲਾਂ ਹੋਊਗੀ। ਅੱਛਾ, ਇਹ ਫੰਡਡ ਆ, ਤੁਸੀਂ ਮੈਨੂੰ ਦੁਬਾਰਾ ਦੱਸੋ। ਉਹਨਾਂ ਨੇ ਕਿਹਾ ਕਿ ਇਹ ਫੰਡਡ ਰਿਪੋਰਟ ਹੋ ਸਕਦੀ ਹੈ, ਫੰਡ ਕੀਤਾ ਹੋ ਸਕਦਾ। ਇਹਦੀ ਫੰਡਿੰਗ ਜਿਹੜੀ ਆ, ਹਾਂ ਇਹਦਾ ਵੀ ਥੋੜਾ ਜਿਹਾ ਰੌਲਾ ਪੈ ਰਿਹਾ ਸੀਗਾ ਕਿ ਕਿਤੇ ਗਵਰਨਮੈਂਟ ਨੇ ਤਾਂ ਨਹੀਂ ਫੰਡ ਕੀਤੀ ਰਿਪੋਰਟ, ਇਹ ਬਣੀ ਕਿੱਦਾਂ ਵਾ। ਸੋ ਉਹਦਾ ਸਿੱਧਾ ਜਵਾਬ ਨਹੀਂ ਆ ਰਿਹਾ, ਜਿੱਥੇ ਤੱਕ ਸਾਨੂੰ ਉਦਣ ਪੋਲੀਟੀਸ਼ੀਅਨਾਂ ਨੇ ਦੱਸਿਆ। ਉੱਥੇ ਸੀਗੇ ਉਦਣ ਮਾਰਟਿਨ ਡੌਕਟੀ, ਜਿਹੜੇ ਜੱਗੀ ਦੇ ਕੇਸ 'ਚ, ਮਾਰਟਿਨ ਡੌਕਟੀ ਹਿਊਜ਼ ਆ ਸ਼ਾਇਦ ਉਹਨਾਂ ਦਾ, ਜਿਹੜਾ ਸਕਾਟਿਸ਼ ਐਮਪੀ ਨੇ, ਜਿਹੜੇ ਜੱਗੀ ਦੇ ਕੇਸ ਲਈ ਬਹੁਤ ਹੈਲਪ ਕੀਤੀ ਉਹਨਾਂ ਨੇ। ਪ੍ਰੀਤ ਕੌਰ ਗਿੱਲ ਸੀ, ਤਨਮਨਜੀਤ ਸਿੰਘ ਢੇਸੀ ਸੀ, ਲੋਰਡਸ ਸਹੋਟਾ ਨੇ ਇਹ ਹਾਊਸ ਆਫ ਲੋਰਡਸ ਦੇ ਵਿੱਚ ਪ੍ਰੋਗਰਾਮ ਹੋਸਟ ਕੀਤਾ ਸੀਗਾ, ਤੇ ਉੱਥੇ ਲੋਰਡ ਸਿੰਘ ਵੀ ਸੀਗੇ। ਉਹਨਾਂ ਦੇ ਮੈਂ ਕੈਰੈਕਟਰ ਬਾਰੇ ਵੀ ਤੁਹਾਨੂੰ ਵੀ ਉੱਥੇ ਕੀ ਰੋਲ ਰਿਹਾ ਉਹ ਵੀ ਮੈਂ ਥੋੜਾ ਜਿਹਾ ਬਾਅਦ ਚ ਚਾਨਣਾ ਪਾ ਦਿੰਦਾ ਐਂਡ ਜੇ ਤੇ ਉਹ ਕਹਿੰਦੇ ਪ੍ਰੋਸੀਡ ਚ ਇਹ ਉਹਨਾਂ ਨੇ ਕਿਹਾ ਕਿ ਜਿਹੜੀ ਨੇ ਮਿਸਕਨਸੀਵਡ ਆ, ਜਾਨੀ ਵੀ ਜਿਹੜੀ ਲੈਕ ਆਫ ਅੰਡਰਸਟੈਂਡਿੰਗ ਹੈ, ਜਿਹੜੀ ਸਿੱਖ ਕਮਿਊਨਿਟੀ ਬਾਰੇ ਅੰਡਰਸਟੈਂਡਿੰਗ ਹੀ ਹੈ ਨਹੀਂ ਗੀ, ਬਈ ਇਹਨਾਂ ਨੇ ਇਹੋ ਜਿਹੇ ਵਿੱਚ ਅਸੰਪਸ਼ਨਸ ਬਣਾ ਲਈਆਂ, ਜਿਹੜੀ ਆਪਦੇ ਆਈਡੀਆ ਬਣਾ ਕੇ ਕਮਿਊਨਿਟੀ ਨੂੰ ਪੇਸ਼ ਕਰਤਾ। ਤੇ ਫਿਰ ਉਹ ਕਹਿੰਦੇ ਆ ਗੌਰਮੈਂਟ ਨੂੰ ਨਾ ਫੇਥ ਲਿਟਰੇਸੀ ਗਾਂ ਬਈ ਲੈਣੀ ਚਾਹੀਦੀ ਹੈ, ਵੀ ਗੌਰਮੈਂਟ ਸਹੀ ਨਹੀਂ ਕਰ ਰਹੀ, ਵੀ ਮਤਲਬ ਅਸੀਂ ਤੁਹਾਨੂੰ ਦੱਸਦੇ ਆ ਵੀ ਹੋਰਾਂ ਬਾਰੇ, ਵੀ ਹੁਣ ਸਿੱਖਾਂ ਬਾਰੇ ਵੀ ਤੁਸੀਂ ਵੀ ਇਹਦੇ ਤੇ ਕਰੋ। ਹਾਂਜੀ, ਤੇ ਕਹਿੰਦੇ ਇਸ ਜਿਹੜੀ ਸਿਲੈਕਟ ਕਮੇਟੀ ਸੀ, ਇਹਨਾਂ ਨੇ ਇਹ ਫਾਈਂਡ ਕੀਤਾ ਕਿ ਜਿਹੜੀ ਇਹ ਰਿਵਿਊ ਆ ਇਹ ਵੀ ਅਨਸੇਫ ਆ ਐਂਡ ਅਨਸੈਟਿਸਫੈਕਟਰੀ ਆ, ਜਾਨੀ ਗਵਰਨਮੈਂਟ ਨੂੰ ਜਾਂ ਕਿਸੇ ਬੋਡੀ ਨੂੰ, ਕਿਸੇ ਡਿਪਾਰਟਮੈਂਟ ਨੂੰ ਇਸ ਰਿਪੋਰਟ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਤੇ ਜਿਹੜੀਆਂ ਪਾਲਿਸੀਆਂ ਜਦੋਂ ਕਿਤੇ ਸਿੱਖਾਂ ਦੇ ਰਿਲੇਟਡ ਬਣਾਉਂਦੇ ਆ, ਇਹਨਾਂ ਨੂੰ ਜਾਂ ਜਿਹੜੇ ਰੇਸ ਰਿਲੇਸ਼ਨ ਦੇ ਤੌਰ ਤੇ ਇਸ ਰਿਪੋਰਟ ਨੂੰ ਨਹੀਂ ਵਰਤਣਾ ਚਾਹੀਦਾ, ਵੀ ਇੰਨੀ ਇਹ ਹਿੱਲੀ ਹੋਈ ਆ ਚੀਜ਼। ਤੇ ਕਹਿੰਦੇ ਬਈ ਜਿਹੜੀ ਬਲੂਮ ਰਿਵਿਊ ਆ ਉਹਨੇ ਡੈਮੇਜ ਕਰਤੀ ਜਿਹੜੀ ਵੀ ਐਕਸਲੈਂਟ ਸਿੱਖਾਂ ਦੀ ਰਿਲੇਸ਼ਨਸ਼ਿਪ ਸੀ ਗਵਰਨਮੈਂਟ ਨਾਲ ਜਾਂ ਜਨਰਲੀ ਵੀ ਜਿਹੜੇ ਆਪਣੇ ਡਿਪਾਰਟਮੈਂਟਾਂ ਨਾਲ ਹੁੰਦੀ ਆ। ਤੇ ਕਹਿੰਦੇ ਰਿਸਕ ਆ ਕਿ ਇਹ ਜਿਹੜੀ ਰਿਵਿਊ ਆ, ਜੇ ਅਸੀਂ ਇਹ ਹਜੇ ਵੀ ਨਾ ਇਹਨੂੰ ਸਮਝੇ ਵੀ ਇਹ ਗਲਤ ਚੀਜ਼ ਆ, ਵੀ ਹੋਰ ਵੀ ਇਹ ਜਿਹੜੇ ਰਸਤੇ ਆ ਸਿੱਖਾਂ ਦੇ ਤੇ ਗਵਰਨਮੈਂਟ ਦੇ ਖਰਾਬ ਹੋ ਸਕਦੇ। ਤੇ ਫਿਰ ਉਹ ਕਹਿੰਦੇ ਜੀ ਫੇਥ ਬੇਸਡ ਐਕਸਟ੍ਰੀਮਿਜ਼ਮ ਦਾ ਨਾਮ ਲਿਖਿਆ ਗਿਆ ਹਨਾ ਰਿਪੋਰਟ 'ਚ। ਫੇਥ ਬੇਸਡ ਐਕਸਟ੍ਰੀਮਿਜ਼ਮ ਦੀ ਗੱਲ ਕੀਤੀ ਗਈ, ਕਹਿੰਦੇ ਵੀ ਇਹ ਇਟ ਇਜ਼ ਨਾਟ ਫਿਟ ਫॉर ਪਰਪਸ, ਮਤਲਬ ਕਿ ਸਿੱਖਾਂ ਬਾਰੇ ਵੈਸੇ ਹੀ ਲਿਖੀ ਜਾਂਦੇ ਪਰ ਇਹਨਾਂ ਕੋਲ ਐਕਚੁਅਲੀ ਕੋਈ ਐਵੀਡੈਂਸ ਹੈ ਨਹੀਂਗਾ। ਤੇ ਹੋਰ ਕਹਿੰਦੇ ਵੀ ਜਿਹੜੇ ਵੀ ਜਿਹੜੀ ਫੇਥ ਬੇਸਡ ਐਕਸਟ੍ਰੀਮਿਜ਼ਮ ਬਾਰੇ ਵੀ ਮਤਲਬ ਕਿ ਜਿਹੜਾ ਬਈ ਰੈਡੀਕਲਿਜ਼ਮ ਜਾਂ ਟੈਰਰਿਜ਼ਮ ਦੀ ਕਈ ਵਾਰੀ ਲੋਕ ਗੱਲਾਂ ਕਰਦੇ ਹੁੰਦੇ ਆ, ਵੀ ਜਿਹੜੇ ਸਿੱਖਾਂ ਬਾਰੇ ਇਹਨਾਂ ਨੇ ਗੱਲਾਂ ਕੀਤੀਆਂ, ਜਿੱਦਾਂ ਮੈਂ ਤੁਹਾਨੂੰ ਕਿਹਾ, ਕਹਿੰਦੇ ਵੀ ਗੁਰਦੁਆਰਾ ਸਾਹਿਬਾਂ 'ਚ ਕੈਂਪ ਰੱਖੇ ਜਾਂਦੇ, ਬੱਚਿਆਂ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ, ਗਲਤ ਗੱਲਾਂ ਸਿਖਾਈਆਂ ਜਾਂਦੀਆਂ ਹਨਾ। ਤੇ ਕਹਿੰਦੇ ਵੀ ਇਹ ਜਿਹੜੇ ਵੀ ਫੇਅਰਨੈਸ ਆ ਤੇ ਟ੍ਰਾਂਸਪੈਰੈਂਸੀ ਹੈ ਨਹੀਂ ਗੀ, ਵੀ ਇਹ ਐਵੀਡੈਂਸ ਇਹਨਾਂ ਨੇ ਕਿੱਦਾਂ ਇਕੱਠਾ ਕੀਤਾ ਤੇ ਕਿ ਫਲੋਡ ਆ। ਸੋ ਇਹਨਾਂ ਨੇ ਇਹ ਦੇਖੋ, ਇਹ ਵਕੀਲ ਬੈਰਿਸਟਰ ਆ ਜਿਹੜੇ ਬੈਠੇ ਸੀਗੇ ਆਪਣੇ ਨੌਜਵਾਨ, ਇਹਨਾਂ ਨੇ ਇਹ ਕੀਤਾ, ਜਮਾ ਹੀ ਚੈਲੰਜ ਕਰਤਾ ਚੀਜ਼ ਨੂੰ, ਜਿਹੜੀ ਰਿਪੋਰਟ ਨੂੰ। ਤੇ ਉਹਨਾਂ ਨੇ ਕਿਹਾ ਵੀ ਸੀ, ਤੁਸੀਂ ਵੀ ਭਾਈ ਕੋਲਿਨ ਬਲੂਮ ਨੂੰ ਕਿਹਾ ਸੀ ਆ ਕੇ ਤੁਸੀਂ ਆਪਦਾ ਐਵੀਡੈਂਸ ਰੱਖੋ, ਉਹਨਾਂ ਨੇ ਨਹੀਂ ਆਪਦਾ ਪੱਖ ਰੱਖਿਆ। ਜੇ ਬੰਦਾ ਉਹਨੂੰ ਕੋਈ ਡਰ ਆ ਫੇਰ ਹੀ ਨਹੀਂ ਆ ਰਿਹਾ, ਫਿਰ ਉਦਣ ਵੀ ਕਿਹਾ ਸੀ ਤੁਸੀਂ ਆਓ, ਫੇਰ ਵੀ ਨਹੀਂ ਆਏ। ਤੇ ਜਿਹੜੀ ਉਹ ਇਹਨਾਂ ਨੇ ਫਿਰ ਇੰਡੀਪੈਂਡੈਂਟ ਫਾਈਂਡਿੰਗ ਸੀਗੀਆਂ ਉਹ ਐਮਪੀਆਂ ਨੂੰ ਦੇ ਦਿੱਤੀਆਂ ਵੀ ਹੁਣ ਤੁਸੀਂ ਆਪਦਾ ਜਾ ਕੇ ਰੇਜ਼ ਕਰੋ। ਪਰ ਆਪਣੀ ਵੀ ਗੱਲਬਾਤ ਚੱਲ ਰਹੀ ਆ ਇਹਨਾਂ ਨੌਜਵਾਨਾਂ ਨਾਲ ਵੀ ਇਹਨਾਂ ਤੇ ਆਪਾਂ
ਲੀਗਲ ਪ੍ਰੋਸੀਡਿੰਗ ਵੀ ਕਰ ਸਕਦੇ ਆ, ਹਾਂ, ਕਿਉਂਕਿ ਤੁਸੀਂ ਸਾਡੀ ਛਵੀ ਖਰਾਬ ਕਰਨ ਦੀ ਗੱਲ ਕੀਤੀ ਆ। ਹਾਂਜੀ, ਸੋ ਇੱਥੇ ਆ ਜੀ ਗੱਲ। ਸੋ ਇਹ ਵੈਂਸਡੇ ਦੀ ਗੱਲ ਆ। ਹਾਊਸ ਆਫ ਲੋਰਡਸ ਦੇਖੋ ਬਹੁਤ ਵੱਡੀ ਗੱਲ ਆ। ਹਾਊਸ ਆਫ ਲੋਰਡਸ ਪ੍ਰੋਗਰਾਮ ਰੱਖਿਆ ਗਿਆ ਤੇ ਉੱਥੇ MP ਵੀ ਆਏ, ਮੀਡੀਆ ਵੀ ਆਇਆ ਤੇ ਉਹ ਕਾਫੀ ਵੱਡੀ ਪੱਧਰ ਤੇ ਪ੍ਰੋਗਰਾਮ ਰੱਖਿਆ ਗਿਆ ਤੇ ਇਹ ਐਕਚੁਅਲੀ ਲੋੜ ਸੀ ਇਸ ਚੀਜ਼ ਦੀ। ਸਾਰਿਆਂ ਨੂੰ ਆਪਾਂ ਨੂੰ ਪਤਾ ਸੀ। ਆਪਾਂ ਕਈ ਵੀ ਮਹੀਨੇ ਪਹਿਲਾਂ ਇਹਦੇ ਤੇ ਗੱਲ ਕੀਤੀ ਸੀ ਤੁਹਾਡੇ ਪ੍ਰੋਗਰਾਮ ਤੇ ਉਦੋਂ ਜਾਨੀ ਆਪਾਂ ਨੂੰ ਵੀ ਲੱਗਦਾ ਇਹ ਗਲਤ ਹੋ ਗਿਆ, ਪਰ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਇਹਨੂੰ ਕਿੱਦਾਂ ਟੈਕਲ ਕਿੱਦਾਂ ਕਰੀਏ, ਫਾਈਟ ਕਿੱਦਾਂ ਕਰੀਏ ਚੀਜ਼ ਨੂੰ। ਇਹਨਾਂ ਜਿਹੜੇ ਸਿੱਖਸ ਇਨ ਲੋ ਨੌਜਵਾਨ ਆ ਇਹ ਸ਼ਲਾਘਾਯੋਗ ਨੇ ਜਿਨ੍ਹਾਂ ਨੇ ਏਡਾ ਵੱਡਾ ਸਟੈਪ ਚੱਕਿਆ, ਕਿਉਂਕਿ ਜਿਹੜਾ ਤੁਹਾਡਾ ਵੀ ਦੇਖੋ ਪ੍ਰੋਫੈਸ਼ਨ ਆ, ਤੁਸੀਂ ਵੀ ਕੌਮੀ ਗੱਲ ਕਰਦੇ ਹੋ, ਹੱਕ ਸੱਚ ਦੀ ਗੱਲ ਕਰਦੇ ਹੋ, ਤੁਹਾਨੂੰ ਵੀ ਪਤਾ ਤੁਹਾਡੇ ਲਈ ਰਿਸਕ ਆ। ਜਦੋਂ ਤੁਹਾਡੀ ਪੋਸਟ ਡਿਲੀਟ ਕਰਤੀ ਜਾਂ ਤੁਹਾਡੇ ਜਿਹੜੇ ਨਹੀਂ ਉਹ ਵਿਊਜ਼ ਡ੍ਰੌਪ ਹੋ ਜਾਂਦੇ ਕੁਛ ਵੀ ਆ, ਉਵੇਂ ਹੀ ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਆ, ਭਾਵੇਂ ਜਿਹੜੇ ਆਪਣੇ MP ਆ, ਜਿਹੜੇ ਵੀ ਇਹਨਾਂ ਸਰਕਲਾਂ 'ਚ ਲੀਗਲ 'ਚ ਵੀ ਕੰਮ ਕਰਦੇ ਆ, ਉਹਨਾਂ ਨੂੰ ਆਪਦੇ ਪ੍ਰੋਫੈਸ਼ਨ ਤੇ ਵੀ ਡਾਊਟ ਹੋ ਸਕਦਾ ਸਾਡੇ ਕਿਤੇ ਪ੍ਰੋਬਲਮ ਨਾ ਪੈ ਜਾਵੇ। ਪਰ ਇਹ ਜਾਨੀ ਅਸੀਂ ਇਹ ਵਧਾਈ ਦੇ ਪਾਤਰ ਨੇ ਜਿਹੜੇ ਨੇ ਏਡਾ ਕਦਮ ਚੱਕਿਆ। ਬਿਲਕੁਲ ਬਿਲਕੁਲ, ਇਹ ਤਾਂ ਬਹੁਤ ਵਧੀਆ ਗੱਲ ਹੈ। ਮੈਂ ਤੇ ਕਹਿਣਾ ਕਿ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਜਿਸ ਮੁਲਕ ਦੇ ਵਿੱਚ ਸਿੱਖ ਰਹਿੰਦੇ ਨੇ ਉੱਥੇ ਬਹੁਤ ਸਾਰੇ ਕਾਨੂੰਨੀ ਦਾਅਪੇਚ ਹੁੰਦੇ ਆ ਜਿਹਨੂੰ ਟੈਕਲ ਕਰਨ ਦੇ ਲਈ ਸਾਡਾ ਵਫਦ ਹੋਣਾ ਚਾਹੀਦਾ, ਸਾਡੀਆਂ ਕਮੇਟੀਆਂ, ਸਾਡੇ ਇਦਾਂ ਦੇ ਵਕੀਲ ਜਿਹੜੇ ਨੇ ਉਹ ਅੱਗੇ ਆਉਣੇ ਚਾਹੀਦੇ। ਲੰਗਰਾਂ ਤੱਕ ਸੀਮਤ ਨਾ ਰਹਿ ਜਾਈਏ ਆਪਾਂ ਕਿ ਨਗਰ ਕੀਰਤਨਾਂ ਦੇ ਉੱਤੇ ਲੰਗਰ ਲਾ ਦਿੱਤੇ ਤੇ ਸਾਡੀ ਸਿੱਖੀ ਜਿਹੜੀ ਹੈ ਉਹ ਚਮਕਾ ਲਈ। ਅਸੀਂ ਆਹ ਚੀਜ਼ਾਂ ਨੂੰ ਵੀ ਦੇਖਣਾ ਪਊਗਾ ਨਾਲੋਂ ਨਾਲ, ਤੇ ਇਹ ਬਹੁਤ ਵਧੀਆ ਕੰਮ ਹੈ। ਤੇ ਜਿਵੇਂ ਤੁਸੀਂ ਕਿਹਾ ਕਿ ਲੀਗਲ ਉਹਨਾਂ ਦੇ ਉੱਤੇ ਕੋਈ ਐਕਸ਼ਨ ਜਾਂ ਉਹਨਾਂ ਨੂੰ ਚੈਲੰਜ ਕੀਤਾ ਜਾ ਸਕਦਾ, ਜਿਵੇਂ ਕੈਨੇਡਾ ਦੇ ਵਿੱਚ ਟੈਰੀ ਮਲਵੈਸਕੀ ਨਾਂ ਦੇ ਇੱਕ ਜਿਹੜਾ ਬੰਦਾ ਹੈਗਾ, ਸੋ ਉਹਨੇ ਵੀ ਇਸ ਤਰ੍ਹਾਂ ਦੀ ਰਿਪੋਰਟ ਇੱਕ ਛਾਪ ਦਿੱਤੀ ਸੀਗੀ ਸਿੱਖਾਂ ਦੇ ਖਿਲਾਫ ਕਿ ISI ਫੰਡਡ ਨੇ। ਸੋ ਉੱਥੋਂ ਦੀ ਇੱਕ ਜਥੇਬੰਦੀ ਵੱਲੋਂ ਉਹਨੂੰ ਕੋਰਟ ਦੇ ਵਿੱਚ ਖਿੱਚਿਆ ਗਿਆ, ਹੁਣ ਉਹ ਗਿਲਟੀ ਹੋ ਗਿਆ, ਉਹ ਮਤਲਬ ਕਿ ਸਬੂਤ ਨਹੀਂ ਪੇਸ਼ ਕਰ ਸਕਿਆ, ਹੁਣ ਜੁਰਮਾਨਾ ਦੇਣਾ ਪਊਗਾ ਉਹਨੂੰ, ਹੈ ਨਾ। ਅੱਛਾ, ਤੁਸੀਂ ਆ ਵਧੀਆ ਗੱਲ ਕੀਤੀ ਜਿਹੜੇ ਤੁਸੀਂ ਕੈਨੇਡਾ ਦਾ ਨਾਂ ਲਿਆ। ਤਾਂ ਇਹ ਬੰਦਾ ਵੀ ਆਪ ਦੀ ਰਿਪੋਰਟ ਦੇ ਵਿੱਚ ਦੇਖੋ UK ਦੀ ਰਿਪੋਰਟ ਆ, ਇਹ ਹੋਰ ਧਰਮ ਬਾਰੇ ਇੱਕ ਦੋ ਪੈਰੇ ਲਿਖ ਰਿਹਾ, ਇਸਲਾਮ ਬਾਰੇ ਵੀ, ਕ੍ਰਿਸਚੀਅਨਿਟੀ ਬਾਰੇ ਵੀ। ਹਾਲਾਂਕਿ ਆਪਾਂ ਕਹਿਣਾ ਨਹੀਂ ਚਾਹੁੰਦੇ, ਪਰ ਜਿਹੜਾ ਅਬਿਊਸ ਵਗੈਰਾ ਹੋਇਆ ਜਿਹੜੇ ਇਹਨਾਂ ਦੇ ਆਗੂ ਸੀ ਹਨਾ ਪਿੱਛੇ ਜੇ ਜਾਨੀ ਹੁਣ ਬਹੁਤ ਹਾਈਲਾਈਟ ਹੋ ਗਿਆ, ਉਹ ਚੀਜ਼ਾਂ ਦੀ ਗੱਲ ਹੀ ਨਹੀਂ ਕੀਤੀ ਵੀ ਆਹ ਅਬਿਊਸ ਸਾਡੇ ਹੁੰਦਾ ਰਿਹਾ ਆਪਦੇ ਧਰਮ ਵਿੱਚ, ਉਹ ਨਹੀਂ ਗੱਲ ਕੀਤੀ। ਇਸਲਾਮ ਬਾਰੇ ਵੀ ਨਹੀਂ ਵਾਲੀ ਗੱਲ ਕੀਤੀ, ਹਿੰਦੂਇਜ਼ਮ ਬਾਰੇ ਵੀ ਨਹੀਂ ਕੀਤੀ। ਪਰ ਸਾਡੇ ਦੇਖੋ 13 14 15 ਪੇਜ ਸ਼ਾਇਦ ਛਾਪਦੇ, ਮਤਲਬ ਉਹਨਾਂ ਦਾ ਟਾਰਗੇਟ ਹੀ ਇਹ ਸੀਗਾ, ਮੇਨ ਟਾਰਗੇਟ ਹੀ ਇਹ ਸੀਗਾ। ਹਾਂਜੀ, ਤੇ ਉਹ ਤੇ ਵਿੱਚ ਹੀ ਫਿਰ ਰਿਪੋਰਟ ਦੇ ਕਹਿੰਦਾ ਦੇਖੋ ਕੈਨੇਡਾ ਇਹ ਏਦਾਂ ਰੌਲਾ ਪਾਉਂਦੇ ਆ, ਫਲਾਨੀ ਜਗ੍ਹਾ ਏਦਾਂ ਰੌਲਾ ਪਾਉਂਦੇ ਆ। ਮਤਲਬ ਜਾਨੀ ਸਾਨੂੰ ਉਹ ਕੈਰੈਕਟਰ ਹੀ ਸਾਡਾ ਅਸੈਸੀਨੇਟ ਕਰਨਾ ਸੀ ਵੀ ਦੇਖੋ ਇਦਾਂ ਦੇ। ਇਹਦਾ ਮਕਸਦ ਹੀ ਇਹ ਸੀਗਾ ਰਿਪੋਰਟ ਦਾ, ਇਹਦਾ ਮਤਲਬ ਹੈਗਾ ਕਿ ਉਹ ਬਣਾਈ ਇਸੇ ਕਰਕੇ ਗਈ ਆ ਰਿਪੋਰਟ। ਪਰ ਇਹਨੂੰ ਚੈਲੰਜ ਜਿਹੜਾ ਹੈ ਉਹ ਕਰਨਾ ਜ਼ਰੂਰੀ ਬਣਦਾ ਕਿ ਜੇ ਇਹ ਚੈਲੰਜ ਕੀਤਾ ਜਾਊਗਾ ਫਿਰ ਆਉਣ ਵਾਲੇ ਸਮੇਂ 'ਚ ਇਹਨੂੰ ਡੱਕਾ ਵੀ ਲਾਇਆ ਜਾ ਸਕਦਾ। ਅਦਰਵਾਈਜ਼ ਹੋਰ ਰਿਪੋਰਟਾਂ ਆਉਣਗੀਆਂ ਭਾਜੀ, ਹੋਰ ਸਾਰਾ ਕੁਝ ਹੋਏਗਾ। ਐਜ਼ ਗੁਰਦੁਆਰਾ ਪ੍ਰੈਜ਼ੀਡੈਂਟ ਮਤਲਬ ਮੈਂ ਇਹ ਚਾਹੁੰਦਾ ਵੀ ਸਾਰੇ ਗੁਰਦੁਆਰਿਆਂ ਵੱਲੋਂ ਫੰਡ ਕਰਕੇ ਇੱਕ ਐਸਾ ਪੱਕਾ ਹੀ ਆਪਣਾ ਇੱਕ ਆਪਾਂ ਜਿੱਦਾਂ ਸਿਕਸ ਇਨ ਲਾਅ ਤੁਸੀਂ ਕਿਹਾ ਉਹ ਬਣਾ ਦਈਏ ਕਿ ਉਹ ਇਸ ਤਰ੍ਹਾਂ ਦਾ ਹੋਵੇ, ਸਾਰੇ ਗੁਰਦੁਆਰੇ ਮਿਲ ਕੇ ਉਹਨਾਂ ਨੂੰ ਫੰਡ ਕਰਨ ਕਿ ਭਾਈ ਸਾਡੇ ਵੱਲੋਂ ਤੁਸੀਂ ਆ ਸਾਨੂੰ ਰਿਪਰੈਜ਼ੈਂਟ ਕਰਦਾ ਸਿੱਖਾਂ ਨੂੰ, ਤੁਸੀਂ ਆ ਕੇਸ ਲੜੋ। ਸੋ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਚਾਹੀਦੀਆਂ। ਜਿੱਦਾਂ ਅੱਗੇ ਕਾਉਂਸਲਾਂ ਵੀ ਸੀ, ਇੱਕ ਕਾਉਂਸਲ ਤੋਂ 2 ਬਣ ਗਏ ਆ, ਸੋ ਉੱਥੇ ਵੀ ਕਈ ਰਿਪਰੈਜ਼ੈਂਟੇਟਿਵ ਸੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ। ਦੇਖੋ ਜਦੋਂ ਕਾਉਂਸਲ ਇੱਕ ਸੀਗੀ ਆਪਣੇ ਕੰਮ ਬਹੁਤ ਹੋ ਰਹੇ ਸੀ, ਹੁਣ ਮੈਨੂੰ ਲੱਗਦਾ ਸਾਰੇ ਹੀ ਸਮਝਦੇ ਆ ਵੀ 2 ਬਣਨਾ ਆਪਣਾ ਕੰਮ ਵੀ ਸਟਾਪ ਹੋ ਗਿਆ। ਸੋ ਇਹ ਸਟਾਪ ਹੋਣ ਦੇ ਨਾਲ ਆ ਨੌਜਵਾਨਾਂ ਨੇ ਇਕੱਠੇ ਹੋ ਕੇ ਕੀਤਾ। ਮੈਨੂੰ ਇਹ ਲੱਗਦਾ ਆਪਾਂ ਇੰਡੀਪੈਂਡੈਂਟਲੀ ਇਹਨਾਂ ਦਾ ਕੰਮ ਜਿਹੜਾ ਵਧੀਆ ਜਾ ਰਿਹਾ, ਇਹਨਾਂ ਨੂੰ ਇੰਡੀਪੈਂਡੈਂਟਲੀ ਆਪਦੇ ਸਰਕਲ 'ਚ ਰਹਿਣ ਦੀਏ। ਜਿੰਨੇ ਜ਼ਿਆਦਾ ਇਨਵੋਲਵ ਹੁੰਦੇ ਕਈ ਵਾਰੀ ਖਲਾਰਾ ਪੈ ਜਾਂਦਾ, ਪਰ ਆਪਾਂ ਉਹਨਾਂ ਦੀ ਸਪੋਰਟ ਕਰੀਏ। ਜਿੱਥੇ ਸਹੀ ਕੰਮ ਕੋਈ ਕਰਦਾ ਉਹਦੀ ਸਪੋਰਟ ਕਰੋ। ਹੋਰ ਵੀ ਚੈਨਲ ਵਾਲੇ ਉੱਥੇ ਸੀਗੇ ਜਿਹੜੇ ਫਿਲਮ ਕਰ ਰਹੇ ਸੀਗੇ ਤੇ ਉਹਨਾਂ ਨੇ ਫਿਲਮ ਵੀ ਕੀਤੀ। ਇਹ ਚੀਜ਼ ਕੀ ਹੋਇਆ ਕਿ ਉਹ ਜਿਹੜੇ ਪ੍ਰੈਜੈਂਟੇਸ਼ਨ ਸੀ ਆਪਦੀ ਰੱਖ ਰਹੇ ਸੀ, ਆਪਦੀ ਰਿਪੋਰਟ ਦੀ ਫਾਈਂਡਿੰਗ ਕੀ ਸੀਗੀ ਹਨਾ, ਉਹ ਜਾਨੀ ਪੰਜਾਂ ਦਾ ਪੈਨਲ ਸੀਗਾ ਉਹ ਰੱਖ ਰਿਹਾ ਸੀਗਾ ਤੇ ਇੱਕ ਵਿੱਚ ਵਿਅਕਤੀ ਵਿੱਚ ਬੋਲਣ ਲੱਗ ਗਿਆ, ਆਪਦਾ ਇੰਟਰਪਟ ਕੀਤੀ ਹੈ ਜਿਹੜੀ ਫਾਈਂਡਿੰਗ ਸੀਗੀ ਤੇ ਉਹ ਬਲੂਮ ਦਾ ਪੱਖ ਰੱਖਣ ਲੱਗ ਗਿਆ। ਸਾਡਾ ਸਿੱਖ ਹੋ ਕੇ ਲੋਰਡ ਸਿੰਘ ਆ ਉਹਨਾਂ ਦਾ ਨਾਮ। ਬੜੀ ਹੈਰਾਨਗੀ ਦੀ ਗੱਲ ਹੋਈ ਕਿ ਦੇਖੋ ਜਿੱਥੇ ਆਪਾਂ ਰੱਖ ਰਹੇ ਆ ਕਿ ਵੀ ਸਾਡੇ ਨਾਲ ਆਹ ਗਲਤ ਹੋ ਰਿਹਾ, ਧੱਕਾ ਹੋ ਰਿਹਾ, ਸਾਡੇ ਆਪਦੇ ਹੀ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ ਆ। ਸਾਨੂੰ ਦੇਖਣਾ ਚਾਹੀਦਾ। ਤੇ ਭਾਜੀ ਮੈਂ ਤਾਂ ਇਹ ਵੀ ਗੱਲ ਕਰਦਾ, ਜਦੋਂ ਬਲੂਮ ਰਿਪੋਰਟ ਬਣਾਈ ਹੋਏਗੀ ਉਹ ਜਿਹੜੇ ਉਹਨੇ ਥੋੜੇ ਬਹੁਤੇ ਐਵੀਡੈਂਸ ਇਕੱਠੇ ਕੀਤੇ, ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਦੇ ਕੋਲੋਂ ਗਿਆ ਵੀ ਜਿਹੜੇ ਆ ਮੇਰੇ ਵਰਗੇ ਆ ਵੀ ਜਿੱਦਾਂ ਮੈਨੂੰ ਆਪਣੇ ਵਰਗੇ ਲੱਗਦੇ ਆ, ਇਹਨਾਂ ਕੋਲੋਂ ਲੈ ਲਓ। ਸੋ ਬਾਕੀਆਂ ਨੂੰ ਛੱਡ ਦਿਓ ਜਿਹੜੇ ਕੋਈ ਐਂਟੀ ਨੇ, ਕਿਉਂਕਿ ਸਾਨੂੰ ਤਾਂ ਚਾਹੀਦੇ ਆ ਲੋਕ ਨੇ। ਬਿਲਕੁਲ ਜੀ, ਬਿਲਕੁਲ। ਸੋ ਇਹ ਗੱਲ ਵਾਕਈ ਕਰਕੇ ਦੇਖੋ ਕਿਹੜੇ ਉੱਥੇ ਵੀ ਅਸੀਂ ਇਹ ਗੱਲ ਕੀਤੀ ਸੀਗੀ ਕਲੋਜ਼ਿੰਗ ਸਟੇਟਮੈਂਟ 'ਚ। ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਉਹਨਾਂ ਦਾ, ਨੌਜਵਾਨਾਂ ਦਾ, ਵੀ ਤੁਸੀਂ ਬਹੁਤ ਵਧੀਆ ਕਦਮ ਚੱਕਿਆ, ਸਾਨੂੰ ਲੋੜ ਸੀ ਤੁਸੀਂ ਕੀਤਾ। ਪਰ ਜਿਹੜੀ ਵੀ ਇਹ ਗੱਲ ਆ ਵੀ ਜੇ ਆਪਣੇ ਹੀ ਆ ਹਨਾ ਜਿਹੜੇ ਇਨਫੋਰਮੇਸ਼ਨ ਦੇ ਰਹੇ ਆ, ਮਤਲਬ ਕਿਹੜੇ ਪਰਿਵਾਰ 'ਚ
ਕਿਹਦੇ ਘਰ 'ਚ ਨਹੀਂ ਪ੍ਰੋਬਲਮ ਹੁੰਦੀ, ਪਰ ਅਸੀਂ ਉਹਨੂੰ ਬਾਹਰ ਲੈ ਕੇ ਨਹੀਂ ਚਲੇ ਜਾਂਦੇ। ਸਾਰੇ ਪਾਸੇ ਹੁੰਦੇ ਆ, ਹੋਰ ਧਰਮਾਂ 'ਚ ਵੀ ਹੋਊਗੀ, ਪਰ ਉਹ ਚੀਜ਼ ਜਿਹੜੀ ਆ ਅਸੀਂ ਪ੍ਰੈਜ਼ੈਂਟ ਕਰਨੀ ਆ ਦੁਨੀਆ ਨੂੰ, ਉਹਦੇ ਵਿੱਚ ਉਹ ਚੀਜ਼ਾਂ ਤਾਂ ਕਹਿੰਦੇ ਹੁੰਦੇ ਆ ਝੱਗਾ ਚੱਕੋ ਢਿੱਡ ਨੰਗਾ ਹੁੰਦਾ। ਇਹ ਸੈਂਸ ਨਹੀਂ ਬਣਦੀ ਕਿ ਉਹ ਗੱਲਾਂ ਜਿਹੜੀਆਂ ਸਾਡੀਆਂ ਪ੍ਰਾਈਵੇਟ ਕੌਮੀ ਗੱਲਾਂ ਜਿਹੜੇ ਸਾਡੇ ਕਲੋਜ਼ ਸਰਕਲ 'ਚ ਹੋਣੀਆਂ ਚਾਹੀਦੀਆਂ, ਉਹ ਬਾਹਰ ਕਿੱਦਾਂ ਜਾ ਰਹੀਆਂ। ਮਤਲਬ ਇਹ ਆ ਸਾਨੂੰ ਜਿਹੜਾ ਕੈਰੈਕਟਰ ਖਰਾਬ ਕਰਨ ਲਈ ਉਹ ਸਾਡੇ ਵਿੱਚੋਂ ਹੀ ਬੰਦੇ ਉੱਠ ਕੇ ਆਪ ਹੀ ਖਰਾਬ ਕਰਦੇ। ਇੱਕ ਵਿਕਟਮ ਕੌਮ ਆ ਆਪਾਂ ਇਦਾਂ ਕਹਿ ਲਈਏ ਭਾਜੀ, ਕਿਉਂਕਿ ਤਸ਼ੱਦਦ ਹੋਇਆ ਸਿੱਖਾਂ ਤੇ, ਹੈਨਾ। 84 ਦੇ ਵਿੱਚ ਤਸ਼ੱਦਦ ਹੋਇਆ, ਉਸ ਤੋਂ ਪਹਿਲਾਂ 47 ਦੇ ਵਿੱਚ ਸਾਡੀ ਵੰਡ ਹੋਈ, 10 ਲੱਖ ਬੰਦਾ ਉਦੋਂ ਮਰਿਆ, ਮੁਸਲਿਮ ਤੇ ਸਿੱਖ, ਹੈਨਾ। ਆਪਾਂ ਅੱਧੋ ਅੱਧੀ ਲਾ ਲਈਏ 5 ਲੱਖ ਸਾਡਾ ਮਰਿਆ ਹੋਊਗਾ। ਉਹ ਘਟਨਾ ਵਾਪਰੀ 84 ਚ ਘਟਨਾ ਵਾਪਰੀ ਪੰਜਾਬੀ ਸੂਬੇ ਵੇਲੇ ਸਾਡੇ ਜਿਹੜੀਆਂ ਸ਼ਹੀਦੀਆਂ ਹੋਈਆਂ, ਹੈਨਾ। 84 ਤੋਂ ਬਾਅਦ 92 ਤੱਕ ਇੱਕ ਵਿਕਟਮ ਕੌਮ ਆ ਆਪਾਂ, ਇਹ ਜੇ ਆਪਾਂ ਸਿੱਧੇ ਤੌਰ ਤੇ ਕਹੀਏ। ਵਿਦੇਸ਼ਾਂ ਵਿੱਚ ਆਏ ਆ ਤੇ ਸਾਨੂੰ ਹੀ ਰੈਡੀਕਲਾਈਜ਼ ਦੱਸਿਆ ਜਾ ਰਿਹਾ, ਹੈਨਾ, ਵੀ ਇਹੀ ਰੈਡੀਕਲ ਨੇ। ਕੁੱਟ ਵੀ ਖਾਓ ਤੇ ਕਹਿੰਦੇ ਵੀ ਚੀਕ ਵੀ ਨਹੀਂ ਮਾਰਨ ਦੇਣੀ। ਬਿਲਕੁਲ ਜੀ, ਬਿਲਕੁਲ। ਸੋ ਇਸ ਤਰ੍ਹਾਂ ਦਾ ਹੀ ਨੈਰੇਟਿਵ ਹੈ ਨਾ। ਬਿਲਕੁਲ ਜੀ, ਬਿਲਕੁਲ। ਸੋ ਇਹ ਹੋ ਰਿਹਾ ਕਿ ਜਿਹੜਾ ਤਾਂ ਆਪਣੇ ਬੈਕ ਹੋਮ ਇੰਡੀਆ ਕਹਿ ਲਓ, ਪੰਜਾਬ 'ਚ ਹੋ ਰਿਹਾ, ਉਹ ਤਾਂ ਹੋ ਹੀ ਰਿਹਾ। ਪਰ ਜੇ ਆਪਾਂ ਇੱਥੇ ਸੋਚਦੇ ਹੁੰਦੇ ਸੀਗੇ ਸਾਡੇ ਕੋਲ ਫਰੀडम ਆ, ਹਨਾ, ਵੀ ਅਸੀਂ ਗੱਲ ਆਪਦੀ ਰੱਖ ਸਕਦੇ ਹਾਂ, ਜੇ ਅਸੀਂ ਹੁਣ ਇੱਥੇ ਵੀ ਗੱਲ ਰੱਖ ਰਹੇ ਹਾਂ, ਸਾਨੂੰ ਦੇਖੋ ਆਹ ਬਲੂਮ ਰਿਵਿਊ ਆ ਗਏ, ਇਹੋ ਜਿਹੇ ਬੰਦੇ ਇਹ ਦੱਸ ਰਹੇ ਆ ਕਿ ਦੇਖੋ ਜੀ ਇਹ ਰੌਲਾ ਪਾਉਂਦੇ ਆ, ਹਨਾ। ਇਹ ਅਸੀਂ ਗੱਲ ਵੀ ਨਹੀਂ ਰੱਖ ਸਕਦੇ। ਉਹ ਜਿਹੜੀ ਗੱਲ ਆ, ਦੇਖੋ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਜੈਨੋਸਾਈਡ, ਉਹ ਵੀ ਲਫ਼ਜ਼ ਨੂੰ ਕਹਿੰਦੇ ਉਹ ਜਸਟ ਬੀ ਕੇਅਰਫੁਲ ਵਿਦ ਦੈਟ ਵਰਡ। ਵੀ ਮਤਲਬ ਕੀ ਹੈ ਵੀ ਚੁਣ ਕੇ ਨੌਜਵਾਨੀ ਦਾ ਘਾਣ ਕੀਤਾ ਗਿਆ, ਪਿੰਡ ਟੂ ਪਿੰਡ। ਯਾਨੀ ਜਿਹੜਾ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਟੈਕ ਹੋਇਆ, ਉਹ ਤਾਂ ਹੋਇਆ ਹੀ, ਉੱਥੇ ਜਿਹੜੇ ਬੀਬੀਆਂ ਭੈਣਾਂ ਬੱਚੇ ਜੋ ਵੀ ਆ ਸਾਰਿਆਂ ਨੂੰ ਮਾਰਿਆ, ਹਨਾ, ਜਾਣਬੁੱਝ ਕੇ ਉਹ ਦਿਨ ਰੱਖਿਆ ਗਿਆ। ਫਿਰ ਜਦੋਂ ਵਿਲੇਜ ਟੂ ਵਿਲੇਜ ਜਾਂਦੇ, ਪਿੰਡ ਤੋਂ ਪਿੰਡ ਜਾ ਰਹੇ ਆ, ਉਹ ਜੈਨੋਸਾਈਡ ਨਹੀਂ ਤਾਂ ਹੋਰ ਕੀ ਆ। ਪਰ ਇੱਥੇ ਲੋਕਾਂ ਨੂੰ ਜਦੋਂ ਇਹ ਪੈ ਰਹੀ ਆ ਟੈਨਸ਼ਨ ਵੀ ਕਿਉਂ ਤੁਸੀਂ ਗੱਲ ਕਰਦੇ ਹੋ, ਫਿਰ ਕੁਛ ਗੜਬੜ ਲੱਗਦੀ ਆ। ਤੁਹਾਡਾ ਬਹੁਤ ਧੰਨਵਾਦ ਕਰਦਾ। ਇਹਦੇ ਉੱਤੇ ਕੋਈ ਹੋਰ ਅਪਡੇਟ ਹੋਈ ਤਾਂ ਸਾਨੂੰ ਜਰੂਰ ਤੁਸੀਂ ਦੱਸਿਓ ਆਉਣ ਵਾਲੇ ਸਮੇਂ ਦੇ ਵਿੱਚ। ਤੇ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।